Good morning, students. My name Dheeraj Sharma, science teacher, Government Senior Secondary School, Panoki, Kapurthala. Students, ਅਸੀਂ 8ਵੀਂ ਕਲਾਸ ਦਾ 13ਵਾਂ ਚੈਪਟਰ ਸਾਇੰਸ ਵਿਸ਼ੇ ਨਾਲ ਸੰਬੰਧਿਤ ਪੜ੍ਹ ਰਹੇ ਸੀ। ਉਸ ਦੇ ਵਿੱਚ ਅਸੀਂ ਅਲੱਗ-ਅਲੱਗ ਪ੍ਰਕਾਰ ਦੀਆਂ ਧੁਨੀਆਂ ਸੁਣੀਆਂ ਸੀ, ਜਿਵੇਂ ਕਿ ਐਂਬੂਲੈਂਸ ਦੀ ਮਤਲਬ ਜਿਹੜਾ ਸਾਇਰਨ ਆ ਉਹਦੀ ਆਵਾਜ਼ ਸੁਣੀ ਸੀ। ਇੱਦਾਂ ਹੀ ਪੁਲਿਸ ਕਾਰ ਦੀ, ਇੱਦਾਂ ਹੀ ਕਾਰ ਦੀ, ਬੱਸ ਵਗੈਰਾ ਦੀ ਆਪਾਂ ਧੁਨੀਆਂ ਸੁਣੀਆਂ ਸੀ। ਫਿਰ ਅਸੀਂ ਕਈ ਮਿਊਜ਼ੀਕਲ ਇੰਸਟਰੂਮੈਂਟਸ ਦੀ ਜਿਹੜੀ ਆਵਾਜ਼ ਸੀ ਉਹ ਸੁਣੀ ਸੀ। ਬੇਸਿਕਲੀ ਅਸੀਂ ਚੈਪਟਰ ਪੜ੍ਹਦੇ ਪਏ ਸੀਗੇ 8th ਕਲਾਸ ਦਾ ਸਾਊਂਡ, ਚੈਪਟਰ 13 ਸਾਊਂਡ ਚੈਪਟਰ, ਤਾਂ ਹੀ ਤੁਹਾਨੂੰ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਧੁਨੀਆਂ ਜਿਹੜੀਆਂ ਉਸ ਵੇਲੇ ਸੁਣਾਈਆਂ ਗਈਆਂ ਸੀ। ਅੱਜ ਬੱਚਿਓ ਅਸੀਂ ਸਾਊਂਡ ਚੈਪਟਰ ਦਾ ਪਾਰਟ 4, ਜਿਹਦੇ ਵਿੱਚ ਅਸੀਂ ਮੇਨਲੀ ਇਹਦੇ ਕੁਐਸਚਨ ਆਨਸਰਸ ਬਾਰੇ, ਪ੍ਰਸ਼ਨ ਉੱਤਰਾਂ ਬਾਰੇ ਚਰਚਾ ਕਰਾਂਗੇ, ਉਹ ਅੱਜ ਲੈ ਕੇ ਆਏ ਆ। ਤੇ ਇਹਦੇ ਪ੍ਰਸ਼ਨ ਉੱਤਰ ਤੁਸੀਂ ਚੰਗੀ ਤਰ੍ਹਾਂ ਜਿਹੜੇ ਆ ਉਹ ਸਮਝਣੇ ਹੈਗੇ ਆ। ਅੱਛਾ ਬੱਚਿਓ, ਸਭ ਤੋਂ ਪਹਿਲਾ ਜਿਹੜਾ ਪ੍ਰਸ਼ਨ ਆ ਕਿ ਚੂਜ਼ ਦਾ ਕਰੈਕਟ ਆਨਸਰ। ਸਾਊਂਡ ਕੈਨ ਟਰੈਵਲ ਥਰੂ ਗੈਸਿਸ ਓਨਲੀ, ਸੋਲਿਡਸ ਓਨਲੀ, ਲਿਕੁਇਡ ਓਨਲੀ, ਸੋਲਿਡ, ਲਿਕੁਇਡ ਐਂਡ ਗੈਸ। ਪੰਜਾਬੀ ਮਾਧਿਅਮ ਵਾਲੇ ਬੱਚੇ ਧਿਆਨ ਦੇਣ, ਜਿਹੜਾ ਧੁਨੀ ਆ ਉਹ ਕਿੱਧਰੋਂ ਜਿਹੜੀ ਆ ਪਾਸ ਹੋ ਸਕਦੀ ਆ। ਸਾਊਂਡ ਕੈਨ ਟਰੈਵਲ ਥਰੂ ਕਿੱਧਰੋਂ ਨਿਕਲ ਸਕਦੀ ਆ? ਸਿਰਫ ਹਵਾ ਦੇ ਵਿੱਚੋਂ, ਮਤਲਬ ਗੈਸਾਂ ਵਿੱਚੋਂ, ਠੋਸ ਪਦਾਰਥਾਂ ਵਿੱਚੋਂ, ਜਾਂ ਤਰਲ ਪਦਾਰਥਾਂ ਚੋਂ, ਜਾਂ ਤਿੰਨਾਂ ਵਿੱਚੋਂ ਹੀ, ਠੋਸ, ਤਰਲ ਤੇ ਗੈਸ ਪਦਾਰਥਾਂ ਦੇ ਵਿੱਚੋਂ। ਤਾਂ ਬੱਚਿਓ ਸਾਨੂੰ ਪਤਾ ਆ ਕਿ ਜਿਹੜਾ ਸਾਊਂਡ ਆ ਉਸਨੂੰ ਮੀਡੀਅਮ ਤਾਂ ਰਿਕੁਆਇਰ ਹੁੰਦਾ। ਇੱਥੇ ਤੁਸੀਂ ਕਿਰਿਆ ਵੀ ਦੇਖੀ ਸੀਗੀ ਕਿ ਜਿਹਦੇ ਵਿੱਚ ਅਸੀਂ ਜਦੋਂ ਇੱਕ ਬੱਚਾ ਬੈਲ ਵਜਾ ਰਿਹਾ ਆ ਤਾਂ ਇਹ ਬੈਲ ਜਿਹੜੀ ਆ ਉਸਨੂੰ ਬੜੇ ਆਰਾਮ ਨਾਲ ਸੁਣਾਈ ਦੇਗੀ। ਇੱਥੇ ਜਿਹੜਾ ਮਾਧਿਅਮ ਹੋ ਗਿਆ ਉਹ ਹਵਾ ਸੀ। ਫਿਰ ਉਹੀ ਬੱਚਾ ਜਦੋਂ ਜਿਹੜੀ ਬੈਲ ਆ ਉਸਨੂੰ ਪਾਣੀ ਦੇ ਵਿੱਚ ਵਜਾ ਕੇ, ਪਾਣੀ ਤੋਂ ਕੰਨ ਲਗਾ ਕੇ ਸੁਣਦਾ ਹੈ ਤਾਂ ਉਸਨੂੰ ਬੈਲ ਪਾਣੀ ਦੇ ਵਿੱਚ ਵੀ ਜਿਹੜੀ ਆ ਉਹ ਸੁਣਾਈ ਦਿੰਦੀ ਪਈ। ਤਾਂ ਦੋ ਮਾਧਿਅਮ ਤਾਂ ਹੋ ਗਏ ਜਿੱਤੋਂ ਕਿ ਸਾਊਂਡ ਜਿਹੜੀ ਆ, ਧੁਨੀ ਜਿਹੜੀ ਆ ਉਹ ਟਰੈਵਲ ਕਰ ਸਕਦੀ ਹੈ। ਇੱਕ ਤਾਂ ਗੈਸ ਹੋ ਗਿਆ, ਦੂਸਰਾ ਲਿਕੁਇਡ ਹੋ ਗਿਆ। ਤਾਂ ਇਸ ਕਿਰਿਆ ਤੋਂ ਸਾਨੂੰ ਇਹ ਚੀਜ਼ ਪਤਾ ਚੱਲਦੀ ਹੈ ਕਿ ਗੈਸ ਚੋਂ ਵੀ ਜਿਹੜੀ ਹਵਾ ਆ ਗੈਸ ਤੋਂ ਵੀ ਜਿਹੜੀ ਧੁਨੀ ਆ ਉਹ ਲੰਘ ਸਕਦੀ ਹੈ, ਤੇ ਲਿਕੁਇਡ ਦੇ ਵਿੱਚੋਂ ਵੀ ਧੁਨੀ ਜਿਹੜੀ ਆ ਉਹ ਟਰੈਵਲ ਕਰ ਸਕਦੀ। ਜਿੱਦਾਂ ਇੱਥੇ ਤੁਸੀਂ ਡੋਲਫਿਨ ਦੇਖ ਸਕਦੇ ਆ, ਇਹ ਅੰਡਰ ਵਾਟਰ ਕਮਿਊਨੀਕੇਸ਼ਨ ਕਰਦੀਆਂ ਹੈਗੀਆਂ। ਇਸ ਤੋਂ ਇਲਾਵਾ ਬੱਚੋ, ਜੇਕਰ ਤੁਸੀਂ ਇੱਕ ਹੋਰ ਕਿਰਿਆ ਕੀਤੀ ਹੋਵੇ ਕਿ ਇੱਕ ਮਤਲਬ ਆਪਣੇ ਯਾਰ ਦੋਸਤ ਨੂੰ ਜਾਂ ਫਿਰ ਆਪਣੇ ਫੈਮਿਲੀ ਮੈਂਬਰ ਨੂੰ, ਕਿਸੇ ਨੂੰ ਕਿਹਾ ਹੋਵੇ ਕਿ ਤੂੰ ਟੇਬਲ ਸਕ੍ਰੈਚ ਕਰ, ਤੇ ਦੂਸਰੇ ਪਾਸੇ ਤੁਸੀਂ ਆਪਣਾ ਕੰਨ ਲਗਾਇਆ ਹੋਵੇ ਤਾਂ ਤੁਹਾਨੂੰ ਉਹਦੀ ਆਵਾਜ਼ ਵੀ ਜਿਹੜੀ ਆ ਸੁਣਾਈ ਦਿੰਦੀ ਹੋਵੇ। ਤਾਂ ਇੱਥੋਂ ਇਹ ਚੀਜ਼ ਪਤਾ ਚੱਲ ਗਈ ਕਿ ਜਿਹੜੀ ਧੁਨੀ ਆ ਉਹ ਠੋਸ ਪਦਾਰਥਾਂ ਵਿੱਚੋਂ ਵੀ ਜਿਹੜੀ ਆ ਉਹ ਟਰੈਵਲ ਕਰ ਲੈਂਦੀ ਹੈ, ਸੰਚਾਰ ਹੋ ਜਾਂਦਾ। ਧੁਨੀ ਨੂੰ ਬਸ ਇੱਕ ਮਾਧਿਅਮ ਦੀ ਜ਼ਰੂਰਤ ਆ। ਮਾਧਿਅਮ ਕੁਝ ਵੀ ਹੋ ਸਕਦਾ, ਠੋਸ ਪਦਾਰਥ ਵੀ ਹੋ ਸਕਦੇ ਆ, ਤਰਲ ਪਦਾਰਥ ਵੀ ਹੋ ਸਕਦੇ ਆ, ਤੇ ਗੈਸੀਅਸ ਪਦਾਰਥ ਵੀ ਹੋ ਸਕਦੇ ਆ। ਤੋ ਸਾਊਂਡ ਰਿਕੁਆਇਰ ਮੀਡੀਅਮ ਟੂ ਪ੍ਰੋਪੈਗੇਟ। ਧੁਨੀ ਨੂੰ ਸੰਚਾਰ ਲਈ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ। ਇੱਥੇ ਤੁਸੀਂ ਬੱਚਿਆਂ ਨੂੰ ਉਹ ਸਟਰਿੰਗ ਦੀ, ਜਿਹੜੀ ਸਟਰਿੰਗ ਵੀ ਇੱਕ ਟਾਈਪ ਨਾਲ ਸੋਲਿਡ ਆ, ਠੀਕ ਹੈ, ਉਹਦੇ ਵਿੱਚੋਂ ਵੀ ਜਿਹੜੀ ਧੁਨੀ ਆ ਉਹ ਪਾਸ ਹੁੰਦੀ ਹੈ। ਤਾਂ ਮਾਧਿਅਮ ਹੈ ਕਿ ਛੋਟੇ ਛੋਟੇ ਅਣੂ ਜਿਹੜੇ ਹੈਗੇ ਆ, ਕਣ ਜਿਹੜੇ ਹੁੰਦੇ ਆ, ਪਾਰਟੀਕਲਸ ਜਿਹੜੇ ਛੋਟੇ ਛੋਟੇ ਹੈਗੇ ਆ, ਅਣੂ ਤੇ ਪਰਮਾਣੂਆਂ ਤੋਂ ਮਿਲ ਕੇ ਹੀ ਜਿਹੜਾ ਆ ਮਾਧਿਅਮ ਬਣਦਾ ਆ। ਮਾਧਿਅਮ ਸਾਡੇ ਕੋਲ 3 ਤਰ੍ਹਾਂ ਦਾ ਹੁੰਦਾ, ਤੁਹਾਨੂੰ ਬੱਚਿਓ ਪਤਾ ਚੱਲ ਗਿਆ, ਸੋਲਿਡ, ਲਿਕੁਇਡ ਤੇ ਗੈਸ। ਤਾਂ ਤਿੰਨੇ ਹੀ ਮਾਧਿਅਮ ਦੇ ਵਿੱਚੋਂ ਕਿਉਂਕਿ ਜਿਹੜੀ ਧੁਨੀ ਆ ਉਹ ਲੰਘ ਸਕਦੀ ਹੈ, ਇਸ ਕਰਕੇ ਸਾਡਾ ਜਿਹੜਾ ਉੱਤਰ ਹੋ ਗਿਆ ਉਹ ਡੀ ਆਪਸ਼ਨ, ਮਤਲਬ ਸਾਊਂਡ ਕੈਨ ਟਰੈਵਲ ਥਰੂ ਸੋਲਿਡ, ਲਿਕੁਇਡ ਐਜ਼ ਵੈਲ ਐਜ਼ ਗੈਸਸ। ਤਿੰਨਾਂ ਮਾਧਿਅਮ ਦੇ ਵਿੱਚੋਂ ਜਿਹੜੀ ਸਾਊਂਡ ਆ ਉਹ ਟਰੈਵਲ ਹੋ ਸਕਦੀ ਹੈ। ਨੈਕਸਟ ਬੱਚਿਓ ਅਸੀਂ ਸੈਕਿੰਡ ਪ੍ਰਸ਼ਨ ਦੇਖੀਏ ਤਾਂ ਇਹ ਲਿਸਟ ਆਫ ਮੀਡੀਅਮ ਇਜ਼ ਗਿਵਨ ਬਿਲੋ, ਵੁੱਡ, ਵਾਟਰ, ਏਅਰ ਐਂਡ ਵੈਕਿਊਮ। ਇਹ 4 ਆਪਸ਼ਨਾਂ ਤੁਹਾਨੂੰ ਦਿੱਤੀਆਂ ਹੋਈਆਂ, ਮਾਧਿਅਮ ਦਿੱਤੇ ਗਏ ਆ। ਪਹਿਲਾ ਹੈਗਾ ਲੱਕੜ, ਦੂਜੀ ਹੈਗਾ ਤੁਹਾਡੇ ਕੋਲ ਪਾਣੀ, ਤੀਸਰਾ ਹੈਗਾ ਤੁਹਾਡੇ ਕੋਲ ਹਵਾ, ਤੇ ਚੌਥਾ ਹੈਗਾ ਵੈਕਿਊਮ। ਇਨ ਵਿਚ ਆਫ ਥੀਸ ਮੀਡੀਅਮ ਕੈਨ ਸਾਊਂਡ ਟਰੈਵਲ। ਇਹਨਾਂ ਦੇ ਵਿੱਚ ਕਿਹੜੇ ਮਾਧਿਅਮ ਦੇ ਵਿੱਚੋਂ ਸਾਊਂਡ ਜਿਹੜਾ ਉਹ ਟਰੈਵਲ ਹੋ ਸਕਦਾ ਹੈ? ਬੱਚਿਓ ਵੁੱਡ ਪਿੱਛੇ ਤੁਸੀਂ ਹੁਣੀ ਦੇਖ ਕੇ ਆਏ ਆ ਕਿ ਵੁੱਡ ਦੇ ਵਿੱਚੋਂ ਜਿਹੜਾ ਸਾਊਂਡ ਆ, ਠੋਸ ਪਦਾਰਥਾਂ ਦੇ ਵਿੱਚੋਂ ਜਿਹੜਾ ਸਾਊਂਡ ਆ ਉਹ ਟਰੈਵਲ ਕਰ ਸਕਦਾ ਹੈ, ਫਲੋ ਹੋ ਸਕਦਾ, ਸੰਚਾਰ ਜਿਹੜਾ ਆ ਉਹਦਾ ਹੋ ਜਾਂਦਾ ਬੜੇ ਆਰਾਮ ਨਾਲ। ਦੂਸਰੇ ਪਾਸੇ ਪਾਣੀ ਦੇ ਵਿੱਚੋਂ ਬੈਲ ਵਾਲਾ ਤੁਸੀਂ ਦੇਖ ਚੁੱਕੇ ਆ, ਪਾਣੀ ਦੇ ਵਿੱਚੋਂ ਵੀ ਧੁਨੀ ਜਿਹੜੀ ਆ ਉਹ ਟਰੈਵਲ ਕਰ ਲੈਂਦੀ ਹੈ। ਨੰਬਰ 3 ਤੇ ਹਵਾ ਦੇ ਵਿੱਚੋਂ ਵੀ ਜੇਕਰ ਤੁਸੀਂ ਬੈਲ ਨੂੰ ਹਵਾ ਦੇ ਵਿੱਚ ਵਜਾਓਗੇ ਉਹ ਵੀ ਤੁਹਾਨੂੰ ਸੁਣਾਈ ਦਿੰਦੀ ਹੈ। ਚੌਥਾ ਬਚਿਆ ਵੈਕਿਊਮ। ਵੈਕਿਊਮ ਮਤਲਬ ਖਲਾ, ਜਿੱਥੇ ਕੋਈ ਵੀ
ਖਲਾ ਉਹ ਸਥਾਨ ਹੈ ਜਿੱਥੇ ਹਵਾ ਨਾ ਹੋਵੇ। ਇਸ ਨੂੰ ਨਿਰਵਾਯੂ ਵੀ ਕਹਿੰਦੇ ਹਨ। ਸਾਨੂੰ ਪਤਾ ਹੈ ਕਿ ਪੁਲਾੜ ਜਾਂ ਯੂਨੀਵਰਸ ਵਿੱਚ ਹਵਾ ਮੌਜੂਦ ਨਹੀਂ ਹੈ। ਇਹ ਬੱਚਿਓ ਇਹਦੇ ਬਾਰੇ ਵੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਚੰਦਰਮਾ ਅਤੇ ਪੁਲਾੜ ਮਤਲਬ ਮੂਨ ਐਂਡ ਯੂਨੀਵਰਸ ਤੇ ਵਾਤਾਵਰਨ ਨਾ ਹੋਣ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਐਟਮੋਸਫੇਅਰ ਉੱਥੇ ਨਹੀਂ ਹੈਗਾ, ਭਾਵ ਕੋਈ ਹਵਾ ਮੌਜੂਦ ਨਹੀਂ ਹੈਗੀ, ਭਾਵ ਕੋਈ ਮਾਧਿਅਮ ਦੇ ਕਣ ਮੌਜੂਦ ਨਹੀਂ ਹੈਗੇ। ਦੇਰ ਆਰ ਨੋ ਪਾਰਟੀਕਲਸ ਆਫ ਐਨੀ ਕਾਈਂਡ ਆਫ ਮੀਡੀਅਮ। ਤਾਂ ਅਸੀਂ ਆਵਾਜ਼ ਜਾਂ ਧੁਨੀ ਨਹੀਂ ਸੁਣ ਪਾਵਾਂਗੇ ਉਸ ਜਗ੍ਹਾ ਤੇ ਜਿੱਥੇ ਨਿਰਵਾਯੂ ਹੋਊਗੀ, ਜਿੱਥੇ ਵੈਕਿਊਮ ਹੋਊਗਾ, ਕਿਉਂਕਿ ਉੱਥੇ ਮਾਧਿਅਮ ਹੈ ਨਹੀਂ। ਤੇ ਬੱਚਿਓ ਜਿੱਥੇ ਮਾਧਿਅਮ ਹੈ ਨਹੀਂ ਉੱਥੇ ਧੁਨੀ ਦੀ ਆਵਾਜ਼ ਵੀ ਜਿਹੜੀ ਸਾਨੂੰ ਸੁਣਾਈ ਨਹੀਂ ਦੇਣੀ। ਤਾਂ ਜਿੱਦਾਂ ਕਿ ਤੁਸੀਂ ਇੱਥੇ ਦੇਖਦੇ ਪਏ ਕਿ 2 ਐਸਟਰੋਨੌਟਸ ਤੁਹਾਨੂੰ ਦਿਖਾਏ ਗਏ ਆ, ਪੁਲਾੜ ਯਾਤਰੀ ਤੁਹਾਨੂੰ ਦਿਖਾਏ ਗਏ, ਪਰ ਇਹਨਾਂ ਨੂੰ ਇੱਕ ਦੂਜੇ ਦੀ ਆਵਾਜ਼ ਕੋਈ ਬਾਹਰ ਮੀਡੀਅਮ ਹੈ ਨਹੀਂ ਤਾਂ ਇੱਦਾਂ ਸੁਣਾਈ ਨਹੀਂ ਦੇਗੀ। ਤਾਂ ਸਾਊਂਡ ਰਿਕੁਆਇਰ ਮੀਡੀਅਮ ਟੂ ਪ੍ਰੋਪੈਗੇਟ। ਧੁਨੀ ਨੂੰ ਸੰਚਾਰ ਲਈ ਮਾਧਿਅਮ ਦੀ ਜ਼ਰੂਰਤ ਹੈ। ਨਿਰਵਾਯੂ ਕੋਈ ਮਾਧਿਅਮ ਨਹੀਂ ਹੈ, ਇਸ ਕਰਕੇ ਜਿਹੜਾ ਤੁਹਾਡੇ ਕੋਲ ਆਪਸ਼ਨ ਬਚਦੀ ਹੈ, ਹੁਣ ਮਾਧਿਅਮ ਤੁਹਾਨੂੰ ਦੱਸ ਦਿੱਤਾ 3 ਪਦਾਰਥ ਦੇ ਹੁੰਦੇ ਆ, ਸੋਲਿਡ, ਲਿਕੁਇਡ, ਗੈਸ। ਇੱਥੇ ਸੋਲਿਡ ਜਿਹੜਾ ਆ ਉਹ ਵੁੱਡ ਆ, ਲਿਕੁਇਡ ਜਿਹੜਾ ਆ ਉਹ ਵਾਟਰ ਆ, ਤੇ ਗੈਸ ਜਿਹੜੀ ਆ ਉਹ ਏਅਰ ਆ। ਪਰ ਵੈਕਿਊਮ ਇਹਨਾਂ ਵਿੱਚ ਕਿਤੇ ਨਹੀਂ ਹੈਗਾ, ਮੀਡੀਅਮ ਦੇ ਵਿੱਚ ਨਹੀਂ ਆਉਂਦਾ। ਇਸ ਕਰਕੇ ਕਰੈਕਟ ਆਪਸ਼ਨ ਜਿਹੜੀ ਆਪਣੇ ਕੋਲ ਬਚਦੀ ਹੈ ਇਸ क्वेश्चन दी वो आंसर आया ना 1, 2 एंड 3 ओनली, मतलब ऑप्शन बी। पहला हो गया वर्ड, दूजा हो गया वाटर, ते तीजी हो गई एयर। मैनूं उम्मीद है बच्चों तुहानूं ये भी प्रश्न का उत्तर समझ लग गया होगा। नैक्सट प्रश्न बच्चों असीं अगर देखिए तो हेठ लिखिया विचों किस वाक धुनी की आवृत्ति घट तो घट होने की संभावना है। आवृत्ति बच्चों भाव सीगा इंग्लिश आपां आवृत्ति नूं बोलने मतलब इंग्लिश ਆਪਾਂ ਇਹਨੂੰ ਕਹਿੰਦੇ ਫ੍ਰੀਕੁਐਂਸੀ, ਨੰਬਰ ਆਫ ਵਾਈਬ੍ਰੇਸ਼ਨ ਪ੍ਰੋਡਿਊਸਡ ਇਨ 1 ਸੈਕਿੰਡ। 1 ਸੈਕਿੰਡ ਦੇ ਵਿੱਚ ਕਿੰਨੀਆਂ ਕੰਪਨਾਂ ਪੈਦਾ ਹੁੰਦੀਆਂ ਉਹਨੂੰ ਅਸੀਂ ਆਵ੍ਰਿਤੀ ਬੋਲਦੇ ਆ। ਜਿਹਦੀ ਜਿੰਨੀ ਜ਼ਿਆਦਾ ਬੱਚਿਓ ਆਵ੍ਰਿਤੀ ਹੁੰਦੀ ਆ ਉਨੀ ਹੀ ਉਹਦੀ ਆਵਾਜ਼ ਜਿਹੜੀ ਆ ਉਹ ਤਿੱਖੀ ਹੋਣੀ ਹੈ। ਇਹਦੇ ਬਾਰੇ ਆਪਾਂ ਹੁਣ ਚਰਚਾ ਕਰਨੀ ਆ। ਮੋਰ ਪਿਚ ਔਰ ਸ਼੍ਰਿਲਨੈਸ ਮੀਨਸ ਮੋਰ ਫ੍ਰੀਕੁਐਂਸੀ। ਜੇਕਰ ਧੁਨੀ ਜ਼ਿਆਦਾ ਤਿੱਖੀ ਹੋਵੇ ਤਾਂ ਉਸਦੀ ਆਵ੍ਰਿਤੀ ਵੀ ਜ਼ਿਆਦਾ ਹੋਵੇਗੀ। ਹੁਣ ਬੱਚਿਓ ਇੱਕ ਛੋਟੀ ਲੜਕੀ ਦੀ ਆਵਾਜ਼ ਜ਼ਿਆਦਾ ਤਿੱਖੀ ਹੁੰਦੀ ਆ, ਇੱਕ ਛੋਟੇ ਲੜਕੇ ਦੀ, ਆਦਮੀ ਦੀ ਜਾਂ ਔਰਤ ਦੀ। ਲੇਕਿਨ ਤੁਸੀਂ ਪ੍ਰਸ਼ਨ ਵੀ ਧਿਆਨ ਨਾਲ ਪੜੋ, ਅਸੀਂ ਆਵ੍ਰਿਤੀ ਘੱਟ ਤੋਂ ਘੱਟ ਲੱਭਣੀ। ਹੁਣ ਜੇਕਰ ਤੁਸੀਂ ਆਵ੍ਰਿਤੀ ਵੱਧ ਤੋਂ ਵੱਧ ਲੱਭ ਲਈ, ਆਵ੍ਰਿਤੀ ਵੱਧ ਸਾਨੂੰ ਕਿੱਥੋਂ ਪਤਾ ਚੱਲਣੀ ਹੈ ਕਿ ਜੇ ਕਿਸੇ ਦੀ ਆਵਾਜ਼ ਜ਼ਿਆਦਾ ਤਿੱਖੀ ਆ ਮਤਲਬ ਉਹਦੀ ਆਵ੍ਰਿਤੀ ਵੀ ਜ਼ਿਆਦਾ ਹੋਵੇ। ਅਸੀਂ ਆਵਾਜ਼ ਉਹ ਲੱਭਣੀ ਹੈ ਜਿਹੜੀ ਭਾਰੀ ਹੋਵੇ, क्यों जी आवाज़ भारी होगी उसकी आवृत्ति जी होगी उस घट तो घट होगी। हुण तुहानूं पता एक आदमी की आवाज़ इन्हां सारियां आवाज़ां नालों जिहड़ी आ वो भारी होएगी, जिहदे करके उहदी जिहड़ी आवृत्ति आ वो भी घट होएगी। इहदे बारे बच्चे हुण आपां देखांगे। तां नोट इत्थे एक पॉइंट बच्चे जरूर कर लेना, जिन्नी ज़्यादा आवृत्ति होवेगी उन्नी ही धुनी की पिच या भाव तिखी जिहड़ी आवाज़ आ या श्रिलनेस जिहड़ा आ वो ज़्यादा होएगी। ਜਾਂ ਜਿੰਨੀ ਜ਼ਿਆਦਾ ਆਵਾਜ਼ ਤਿੱਖੀ ਹੋਏਗੀ ਉਨੀ ਹੀ ਆਵ੍ਰਿਤੀ ਜ਼ਿਆਦਾ ਹੋਏਗੀ। ਲੇਕਿਨ ਅਸੀਂ ਇੱਥੇ ਦੱਸਣਾ ਹੈ ਕਿ ਘੱਟੋ ਘੱਟ ਆਵ੍ਰਿਤੀ, ਜੇ ਘੱਟੋ ਘੱਟ ਆਵ੍ਰਿਤੀ ਲੱਭਦੇ ਪਏ ਆ ਤਾਂ ਸਾਨੂੰ ਜਿਹੜੀ ਆਵਾਜ਼ ਲੱਭਣੀ ਆ ਉਹ ਘੱਟ ਪਿੱਚ ਵਾਲੀ, ਘੱਟ ਤਿੱਖੀ ਮਤਲਬ ਭਾਰੀ ਆਵਾਜ਼ ਅਸੀਂ ਲੱਭਣੀ ਹੈਗੀ। ਇੱਕ ਬੱਚੇ ਦੀ ਆਵਾਜ਼ ਦੀ ਪਿੱਚ ਜਾਂ ਤਿੱਖਾਪਨ ਜ਼ਿਆਦਾ ਹੋਵੇਗਾ ਕਿਉਂਕਿ ਉਹ ਪ੍ਰਤੀ ਸੈਕਿੰਡ ਵਧੇਰੇ ਕੰਪਨ ਜਾਂ ਫ੍ਰੀਕੁਐਂਸੀ ਪੈਦਾ ਕਰ ਰਿਹਾ ਹੈ। ਦੂਜੇ ਪਾਸੇ ਇੱਕ ਆਦਮੀ ਦੀ ਆਵਾਜ਼ ਦੀ ਪਿੱਚ ਘੱਟ ਹੋਵੇਗੀ, ਭਾਵ ਉਹ ਪ੍ਰਤੀ ਸੈਕਿੰਡ ਘੱਟ ਕੰਪਨ ਪੈਦਾ ਕਰ ਰਿਹਾ ਹੈ, ਜਿਸ ਕਾਰਨ ਧੁਨੀ ਦੀ ਆਵ੍ਰਿਤੀ ਘੱਟੋ ਘੱਟ ਇੱਕ ਆਦਮੀ ਦੀ ਹੋਵੇਗੀ। ਇੱਥੇ ਬੱਚਿਓ ਤੁਹਾਨੂੰ ਇੱਕ ਦਿਖਾਇਆ ਵੀ ਜਾ ਰਿਹਾ ਵੀਡੀਓ ਆ, ਇਹਦੀ ਆਵਾਜ਼ ਤੁਸੀਂ ਸੁਣ ਸਕਦੇ ਹੋ कि इधरले पासे खब्बे पासे तुसी लो पढ़ सकते, मतलब पिच ते फ्रीकुएंसी मतलब आवाज़ का तिखापन ते आवृत्ति दोनों तुसी कह लो कि एक दूसरे दे डायरैक्टली प्रपोर्शनल हैगे आ। जेकर फ्रीकुएंसी वधदी है तो पिच भी वध जाएगी, आवाज़ तिखी हो जाएगी। जेकर फ्रीकुएंसी घटदी है तो पिच भी घट जाएगी, मतलब आवाज़ भारी हो जाएगी। इत्थे बच्चे तुसी यही वीडियो च आवाज़ सुनोगे कि पिच इज़ डायरैक्टली प्रोपोर्शनल टू फ्रीकुएंसी। ये बारे में हुण असीं देखांगे सुनांगे। हुण लो तो जो फ्रीकुएंसी हाई वाल नूं जाऊगी पिच भी लो तो हाई हो जूगी। तो सज्जे पासे आवाज़ जिहड़ी सीगी हुण जे घटे तो आवाज़ भारी हो जानी। तो इत्थे बच्चों यही दिखाया जा रहा। तो साडे कोल जिहड़ा सही उत्तर बचदा वो ईड़ी मतलब आदमी की आवाज़ जिहड़ी आ वो सब तो
ਉਹਦੀ ਆਵਾਜ਼ ਜਿਹੜੀ ਸਭ ਤੋਂ ਭਾਰੀ ਹੋਊਗੀ ਜਾਂ ਉਹਦੀ ਸ਼੍ਰਿਲਨੈਸ ਜਾਂ ਉਹਦੀ ਪਿਚ ਸਭ ਤੋਂ ਘੱਟ ਹੋਊਗੀ। ਜੇ ਪਿਚ ਸਭ ਤੋਂ ਘੱਟ ਆ ਤਾਂ ਉਹਦੀ ਆਵ੍ਰਿਤੀ ਵੀ ਜਾਂ ਉਹਦੀ ਫ੍ਰੀਕੁਐਂਸੀ ਵੀ ਸਭ ਤੋਂ ਘੱਟ ਹੋਏਗੀ। ਮੈਨੂੰ ਉਮੀਦ ਹੈ ਬੱਚੇ ਤੁਹਾਨੂੰ ਵੀ ਪ੍ਰਸ਼ਨ ਸਮਝ ਲੱਗ ਗਿਆ ਹੋਵੇਗਾ। ਨੈਕਸਟ ਅਸੀਂ ਗੱਲ ਕਰੀਏ ਪਿਚ ਆਫ ਸਾਊਂਡ ਇਜ਼ ਡਿਟਰਮਾਈਨਡ ਬਾय ਇਟਸ। ਹੁਣੀ ਬੱਚੇ ਆਪਾਂ ਗੱਲ ਕਰਕੇ ਹਟੇ ਆ ਜਿਹੜਾ ਪਿਚ ਆ ਆਵਾਜ਼ ਦਾ ਜਿਹੜਾ ਤਿੱਖਾਪਨ ਆ ਉਹ ਕਿਹਦੇ ਉੱਤੇ ਨਿਰਭਰ ਕਰਦਾ, ਫ੍ਰੀਕੁਐਂਸੀ ਤੇ, ਐਂਪਲੀਟਿਊਡ ਤੇ, ਸਪੀਡ ਤੇ ਜਾਂ ਲਾਊਡਨੈਸ ਤੇ। ਮੈਨੂੰ ਉਮੀਦ ਆ ਬੱਚੇ ਤੁਹਾਨੂੰ ਇਹਦਾ ਆਨਸਰ ਜ਼ਰੂਰ ਆਉਂਦਾ ਹੋਵੇਗਾ। ਹੁਣੀ ਅਸੀਂ ਪੜ੍ਹ ਕੇ ਹਟੇ ਆ ਤਾਂ ਇਸ ਦਾ ਆਨਸਰ ਫਿਰ ਉਹੀ ਐਕਸਪਲੇਨੇਸ਼ਨ ਉਹੀ ਹੈ ਕਿ ਜਿੰਨੀ ਜ਼ਿਆਦਾ ਪਿਚ ਜਾਂ ਸ਼੍ਰਿਲਨੈਸ ਹੋਊਗੀ ਉਨੀ ਹੀ ਜ਼ਿਆਦਾ ਆਵ੍ਰਿਤੀ ਹੋਏਗੀ। ਜੇਕਰ ਧੁਨੀ ਜਿੰਨੀ ਜ਼ਿਆਦਾ ਤਿੱਖੀ ਹੋਵੇ ਉਸਦੀ ਆਵ੍ਰਿਤੀ ਵੀ ਜ਼ਿਆਦਾ ਹੋਵੇਗੀ। ਤਾਂ ਇਹਦਾ ਜਿਹੜਾ ਕਰੈਕਟ ਆਪਸ਼ਨ ਹੈ ਕਿ ਪਿਚ ਆਫ ਦਾ ਸਾਊਂਡ ਇਜ਼ ਡਿਟਰਮਾਈਨਡ ਬਾय ਇਟਸ ਫ੍ਰੀਕੁਐਂਸੀ। ਜਿੰਨੀ ਜ਼ਿਆਦਾ ਫ੍ਰੀਕੁਐਂਸੀ ਉਨੀ ਜ਼ਿਆਦਾ ਆਵਾਜ਼ 'ਚ ਤਿੱਖਾਪਨ, ਜਿੰਨੀ ਘੱਟ ਫ੍ਰੀਕੁਐਂਸੀ ਉਨੀ ਜ਼ਿਆਦਾ ਆਵਾਜ਼ 'ਚ ਭਾਰੀਪਨ। ਤਾਂ ਇਹ ਬੱਚੇ ਜ਼ਰੂਰ ਯਾਦ ਰੱਖ ਲੈਣਾ। ਸੋ ਪਿਚ ਇਜ਼ ਡਿਟਰਮਾਈਨਡ ਬਾय ਇਟਸ ਫ੍ਰੀਕੁਐਂਸੀ, ਆਵ੍ਰਿਤੀ ਦੇ ਉੱਤੇ ਜਿਹੜੀ ਆ ਪਿਚ ਨਿਰਭਰ ਕਰਦੀ ਹੈ। ਨੈਕਸਟ ਬੱਚਿਓ ਆਪਾਂ ਕੁਐਸਚਨ ਦੇਖੀਏ ਤਾਂ ਲਾਊਡਨੈਸ ਆਫ ਸਾਊਂਡ ਇਜ਼ ਮੈਜਰਡ ਇਨ ਯੂਨਿਟਸ ਆਫ। ਲਾਊਡਨੈਸ ਮਤਲਬ ਧੁਨੀ ਦੀ ਪ੍ਰਬਲਤਾ ਨੂੰ ਆਪਾਂ ਕਿਹੜੇ ਯੂਨਿਟ 'ਚ ਮਾਪਦੇ ਆ? ਡੈਸੀਬਲ, ਹਰਟਜ਼, ਮੀਟਰ ਜਾਂ ਮੀਟਰ ਪਰ ਸੈਕਿੰਡ। ਮੈਨੂੰ ਉਮੀਦ ਆ ਬੱਚਿਓ ਤੁਹਾਨੂੰ ਇਹਦਾ ਵੀ ਆਨਸਰ ਆਂਦਾ ਹੋਵੇਗਾ। ਤਾਂ ਲਾਊਡਨੈਸ ਹੈ ਕਿ ਪ੍ਰਬਲਤਾ ਹੈ ਕਿ ਲਾਊਡਨੈਸ ਇਜ਼ ਦਾ ਮੈਜਰ ਆਫ ਸਾਊਂਡ ਐਨਰਜੀ। ਇਹ ਧੁਨੀ ਊਰਜਾ ਨੂੰ ਹੀ ਮਾਪਦਾ ਹੈ। ਰੀਚਿੰਗ ਈਅਰਸ ਇਨ 1 ਸੈਕਿੰਡ, ਸਾਡੇ ਕੰਨਾਂ ਤੱਕ ਕਿੰਨੀ ਧੁਨੀ ਪਹੁੰਚੀ ਆ 1 ਸੈਕਿੰਡ ਦੇ ਵਿੱਚ, ਕਿੰਨੀ ਧੁਨੀ ਦੀ ਊਰਜਾ ਪਹੁੰਚੀ ਆ 1 ਸੈਕਿੰਡ ਦੇ ਵਿੱਚ, ਉਹਨੂੰ ਅਸੀਂ ਪ੍ਰਬਲਤਾ ਕਹਿੰਦੇ ਆ, ਲਾਊਡਨੈਸ ਕਹਿੰਦੇ ਆ। ਤੇ ਇਹਦੇ ਜਿਹੜੇ SI ਯੂਨਿਟ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਉਹ ਡੈਸੀਬਲਸ ਹੁੰਦੇ ਆ। ਲਾਊਡਨੈਸ ਡਿਪੈਂਡ ਅਪਨ ਦਾ ਐਂਪਲੀਟਿਊਡ, ਲਾਰਜਰ ਦਾ ਐਂਪਲੀਟਿਊਡ ਮੋਰ ਇਜ਼ ਦਾ ਲਾਊਡਨੈਸ। ਇਹਦੇ ਬਾਰੇ ਵੀ ਬੱਚਿਓ ਅਸੀਂ ਅੱਗੇ ਚਰਚਾ ਕਰਾਂਗੇ। ਜਿੰਨੀ ਜ਼ਿਆਦਾ ਲਾਊਡਨੈਸ ਹੋਊਗੀ, ਪ੍ਰਬਲਤਾ ਹੋਊਗੀ, ਜਾਂ ਕਹਿ ਲਓ ਜਿੰਨਾ ਜ਼ਿਆਦਾ ਕਿਸੇ ਪਾਰਟੀਕਲ ਦਾ ਆਯਾਮ ਹੋਊਗਾ, ਆਯਾਮ ਮਤਲਬ ਸੈਂਟਰ ਪੁਆਇੰਟ ਤੋਂ ਕਿੰਨਾ ਡਿਸਟੈਂਸ ਉਹ ਅੱਗੇ ਨੂੰ ਜਾਂ ਪਿੱਛੇ ਨੂੰ ਜਾਂਦਾ ਪਿਆ, ਉਨੀ ਹੀ ਜ਼ਿਆਦਾ ਧੁਨੀ ਦੀ ਪ੍ਰਬਲਤਾ ਹੋਊਗੀ। ਚਲੋ ਇਹਦੇ ਬਾਰੇ ਅੱਗੇ ਆਪਾਂ ਗੱਲ ਕਰਾਂਗੇ। ਸੋ ਦਾ SI ਯੂਨਿਟ ਆਫ ਲਾਊਡਨੈਸ ਇਜ਼ ਡੈਸੀਬਲਸ। ਸੋ ਦਾ ਕਰੈਕਟ ਆਪਸ਼ਨ ਇਜ਼ A। ਇਹਦਾ A ਆਨਸਰ ਆਏਗਾ ਬੱਚਿਓ। ਨੈਕਸਟ ਅਗਲਾ ਅਸੀਂ ਹੁਣ ਬਲੈਂਕਸ ਦੇਖ ਲਈਏ, ਖਾਲੀ ਥਾਵਾਂ ਦੇਖ ਲਈਏ। ਅਣਚਾਹੀ ਧੁਨੀ ਨੂੰ ਡੈਸ਼ ਕਹਿੰਦੇ ਹਨ। ਜਿਹੜੀ ਧੁਨੀ ਸਾਡੇ ਕੰਨਾਂ ਦੇ ਵਿੱਚ, ਸਾਡੇ ਕੰਨਾਂ ਨੂੰ ਚੰਗੀ ਨਹੀਂ ਲੱਗਦੀ ਪਈ, ਸਾਨੂੰ ਮਤਲਬ ਇੱਕ ਅੱਛਾ ਅਨੁਭਵ ਨਹੀਂ ਦੇ ਰਹੀ, ਅਜਿਹੀ ਧੁਨੀ ਨੂੰ ਅਸੀਂ ਕੀ ਕਵਾਂਗੇ? ਆਵ੍ਰਿਤੀ, ਆਯਾਮ ਜਾਂ ਸ਼ੋਰ। ਮੈਨੂੰ ਉਮੀਦ ਆ ਬੱਚਿਓ ਇਹ ਬਹੁਤ ਸੌਖੀ ਬਲੈਂਕਸ ਆ ਤੇ ਤੁਹਾਨੂੰ ਆਪਸ਼ਨ ਵੀ ਦਿੱਤੀਆਂ ਹੋਈਆਂ ਤਿੰਨ ਆਪਸ਼ਨਾਂ ਦੇ ਵਿੱਚੋਂ ਹੀ ਕੋਈ ਇੱਕ ਸਹੀ ਆਨਸਰ ਆ ਤੇ ਤੁਹਾਨੂੰ ਜ਼ਰੂਰ ਇਹਦਾ ਆਨਸਰ ਆਂਦਾ ਹੋਵੇਗਾ। ਅਣਚਾਹੀ ਧੁਨੀ ਨੂੰ ਅਸੀਂ ਡੈਸ਼ ਕਹਿੰਦੇ ਹਾਂ। ਬੱਚਿਓ ਇੱਥੇ ਤੁਸੀਂ ਦੇਖ ਸਕਦੇ ਆ ਅਣਚਾਹੀ ਧੁਨੀ ਜਿੱਦਾਂ ਕਿ ਸਪੀਕਰਸ ਤੋਂ ਨਿਕਲਦੀ ਹੈ, ਟ੍ਰੈਫਿਕ ਵਗੈਰਾ, ਪੋਲਿਊਸ਼ਨ, ਨੋਇਸ ਪੋਲਿਊਸ਼ਨ। ਤਾਂ ਇੱਥੇ ਜਿਹੜਾ ਆਨਸਰ ਵੀ ਸਹੀ ਹੋਏਗਾ ਬੱਚਿਓ, ਕਿਉਂਕਿ ਤੁਸੀਂ ਹੁਣ ਦੇਖ ਚੁੱਕੇ ਹੋ ਨੋਇਸ ਪੋਲਿਊਸ਼ਨ। ਤਾਂ ਅਣਚਾਹੀ ਧੁਨੀ ਨੂੰ ਅਸੀਂ ਸ਼ੋਰ ਕਹਿੰਦੇ ਹਾਂ। ਮਨਚਾਹੀ ਧੁਨੀ ਨੂੰ ਅਸੀਂ ਸੰਗੀਤ ਜਾਂ ਮਿਊਜ਼ਿਕ ਕਵਾਂਗੇ, ਜਿਹੜੀ ਮਨ ਨੂੰ ਚੰਗੀ ਲੱਗੇ। ਲੇਕਿਨ ਅਣਚਾਹੀ ਧੁਨੀ ਨੂੰ ਅਸੀਂ ਸ਼ੋਰ ਕਹਿੰਦੇ ਹਾਂ ਬੱਚਿਓ। ਮੈਨੂੰ ਉਮੀਦ ਹੈ ਤੁਹਾਨੂੰ ਇਹ ਸਮਝ ਲੱਗ ਗਿਆ ਹੋਵੇਗਾ। ਨੈਕਸਟ ਬੱਚਿਓ ਅਸੀਂ ਬਲੈਂਕਸ ਦੇਖੀਏ ਤਾਂ ਯੂਨਿਟ ਆਫ ਫ੍ਰੀਕੁਐਂਸੀ ਇਜ਼। ਆਵ੍ਰਿਤੀ ਦੀ SI ਇਕਾਈ ਜਾਂ ਇਕਾਈ ਕੀ ਹੈ? ਇਹਦੇ ਵਿੱਚ ਆਪਸ਼ਨ ਆਪਾਂ ਦੇਖ ਲਈਏ, ਡੈਸੀਬਲਸ, ਸੈਕਿੰਡ ਜਾਂ ਹਰਟਜ਼। ਮੈਨੂੰ ਉਮੀਦ ਆ ਬੱਚਿਓ ਤੁਹਾਨੂੰ ਇਹਦਾ ਵੀ ਆਨਸਰ ਆਂਦਾ ਹੋਏਗਾ। ਡੈਸੀਬਲਸ ਹੁਣੀ ਅਸੀਂ ਪਿੱਛੇ ਪੜ੍ਹ ਕੇ ਹਟੇ ਆ, ਉਹ SI ਇਕਾਈ ਸੀਗੀ ਲਾਊਡਨੈਸ ਦੀ, ਪ੍ਰਬਲਤਾ ਦੀ। ਕਿਸੇ ਧੁਨੀ ਦੀ ਪ੍ਰਬਲਤਾ ਕਿੰਨੀ ਹੈ, ਜੇਕਰ ਉਹ ਜ਼ਿਆਦਾ ਉੱਚੀ ਆ ਉਹ ਉਨੇ ਹੀ ਜ਼ਿਆਦਾ ਡੈਸੀਬਲ ਜਿਹੜੇ ਉਹ ਵੱਧ ਜਾਣੇ। ਸੈਕਿੰਡ ਹੁੰਦੀ ਆ ਪੁੱਤਰ ਆਵਰਤਕਾਲ ਦੀ, ਟਾਈਮ ਪੀਰੀਅਡ ਦੀ। ਤਾਂ ਬਚੀ ਆਪਣੇ ਕੋਲ ਲਾਸਟ, ਦੈਟ ਇਜ਼ ਹਰਟਜ਼। ਦਾ ਯੂਨਿਟ ਆਫ ਫ੍ਰੀਕੁਐਂਸੀ ਇਜ਼ ਹਰਟਜ਼। 1 ਸੈਕਿੰਡ ਵਿੱਚ ਕੋਈ ਵਸਤੂ ਕਿੰਨੀ ਵਾਰੀ ਕੰਪਨ ਕਰਦੀ ਹੈ ਉਸ ਨੂੰ ਅਸੀਂ ਆਵ੍ਰਿਤੀ ਕਹਿੰਦੇ ਹਾਂ। 1 ਸੈਕਿੰਡ 'ਚ ਜੇਕਰ ਮੇਰਾ ਹੱਥ ਅੱਗੇ ਪਿੱਛੇ 3 ਵਾਰੀ ਕੰਪਨ ਕਰਦਾ ਤਾਂ ਮੈਂ ਬੋਲੂੰਗਾ ਕਿ 3 ਹਰਟਜ਼ ਮੇਰੇ ਹੱਥ ਦੀ ਜਿਹੜੀ ਆ ਉਹ ਫ੍ਰੀਕੁਐਂਸੀ ਹੋ ਗਈ ਜਾਂ ਆਵ੍ਰਿਤੀ ਹੋ ਗਈ ਹੈ। Frequency is the number of oscillation produced by vibrating body in 1 second। 1 ਸੈਕਿੰਡ ਦੇ ਵਿੱਚ ਕਿੰਨੀਆਂ ਕੰਪਨਾਂ ਹੋਈਆਂ ਉਸ ਨੂੰ ਅਸੀਂ ਆਵ੍ਰਿਤੀ ਬੋਲਦੇ ਹਾਂ। ਹਰਟਜ਼ ਬੱਚਿਓ ਇੱਕ ਸਾਇੰਟਿਸਟ ਦਾ ਨਾਮ ਹੈ, ਠੀਕ ਹੈ। ਉਹਦੇ ਨਾਂ ਨੂੰ ਯਾਦ ਰੱਖਣ ਦੇ ਲਈ ਹੀ ਜਿਹੜਾ ਫ੍ਰੀਕੁਐਂਸੀ ਦੇ ਜਿਹੜੇ ਯੂਨਿਟਸ ਰੱਖੇ ਗਏ ਆ ਉਹ ਹਰਟਜ਼ ਰੱਖੇ ਗਏ। ਆਵ੍ਰਿਤੀ ਜਾਂ ਫ੍ਰੀਕੁਐਂਸੀ ਦੀ SI ਇਕਾਈ ਹਰਟਜ਼ ਹੈ, ਤਾਂ ਇਸ ਕਰਕੇ ਇਹਦਾ ਜਿਹੜਾ ਸਹੀ ਉੱਤਰ ਆਏਗਾ ਦਾ ਯੂਨਿਟ ਆਫ ਫ੍ਰੀਕੁਐਂਸੀ ਇਜ਼ ਹਰਟਜ਼।
एक साइंटिस्ट का नाम है। नैक्सट बच्चों ब्लैंक्स या खाली थावां देख लीए तो धुनी का तिखापन कंपना की डैश तो निर्धारित किया जाता है पंजाबी विच। इंग्लिश विच श्रिलनेस ऑफ ए साउंड इज डिटरमाइंड बाय द डैश ऑफ वाइब्रेशन। आवृत्ति मतलब फ्रिक्वेंसी, आयाम मतलब एंपलीट्यूड, प्रबलता मतलब लाउडनेस। धुनी का तिखापन पिछे पुत्र आप पढ़ के आए हैं, तिखापन ते दूसरा भारीपन आवाज दे विच। ਤਾਂ ਤਿੱਖਾਪਨ ਧੁਨੀ ਦੀ मतलब ਧੁਨੀ ਦਾ ਤਿੱਖਾਪਨ ਕੰਪਨਾਂ ਦੀ ਡੈਸ਼ ਤੋਂ ਨਿਰਧਾਰਿਤ ਕੀਤਾ ਜਾਂਦਾ ਹੈ। ਮੈਨੂੰ ਉਮੀਦ ਆ ਬੱਚਿਓ ਤੁਹਾਨੂੰ ਇਹ ਆਂਦਾ ਹੋਏਗਾ ਇਹਦਾ ਉੱਤਰ। ਤਾਂ ਮੋਰ ਪਿਚ ਔਰ ਸ਼੍ਰਿਲਨੈਸ ਮੀਨਸ ਮੋਰ ਫ੍ਰੀਕੁਐਂਸੀ। ਧੁਨੀ ਜਿੰਨੀ ਜ਼ਿਆਦਾ ਤਿੱਖੀ ਹੋਊਗੀ ਤਾਂ ਉਸ ਦੀ ਆਵ੍ਰਿਤੀ ਵੀ ਉਨੀ ਜ਼ਿਆਦਾ ਜਿਹੜੀ ਆ ਉਹ ਹੋਏਗੀ। ਤਾਂ ਇਸ ਦਾ ਸਹੀ ਉੱਤਰ ਫ੍ਰੀਕੁਐਂਸੀ ਆਏਗਾ, भाव पंजाबी आवृत्ति आएगा। बच्चों असीं पिछे भी देखा कि जिन्नी ज़्यादा आवृत्ति होगी उन्नी ज़्यादा जिहड़ी आवाज़ आ वो तिखी हुंदी जाऊगी। नैक्सट बच्चों असीं अगली खाली थां देख ली तो लाउडनेस इज डिटरमाइंड बाय द डैश ऑफ वाइब्रेशन। प्रबलता कंपन दे डैश नाल निर्धारित की जाती है। प्रबलता मतलब लाउडनेस। जे मैं हुण उच्ची बोलना शुरू हो जावां वो लाउड हो गया साउंड, जे मैं घट बोलना शुरू हो हौली बोलना तो आवाज़ जिहड़ी आ वो स्लो तुहाडे तक पहुँचती पई होवेगी। इदां क्यों होया? जदों मैं उच्ची बोलदा पिया जिहड़े मेरे मूँह दे अगे जिहड़े मॉलीक्यूल्स आ उन्हां दी कंपन जिहड़ी आ वो ज़्यादा हो रही है। कंपन मतलब कि जेकर वो इत्थे खड़े सीगे तां वो अगे जिहड़ा उन्होंने डिस्टेंस ट्रैवल किया वो ज़्यादा कर लिया जदों मैं उच्ची बोलदा मैं। जदों मैं स्लो बोलदा पिया तां उन्हां जिहड़े वो कण हैगे आ हवा दे विच मौजूद वो बहुत घट अगे या पिछे जा रहे हैं। मतलब वह जिहड़ा आयाम आ जिन्हों असीं कहने जिहड़ा एंपलीट्यूड आ वो घट गया। एंपलीट्यूड घटन दे नाल मेरी आवाज़ भी जिहड़ी आ वो स्लो हो गई। एंपलीट्यूड वधन दे नाल, आयाम वधन दे नाल किसी पार्टिकल दा आवाज़ भी की हो गई, प्रबल हो गई, लाउड हो गई। तो लाउडनेस इज डिटरमाइंड बाय एंपलीट्यूड। तो इत्थे बच्चों असीं एक उदाहरण भी देखांगे पर यदा आंसर हम तुसीं जान ही चुके हो कि किसी कण की अपनी आराम अवस्था तो तुहानूं दस्सिया कि जेकर कोई कण इत्थे हैगा आ अपनी आराम अवस्था तो वध कितना वो अगे चला गया या कितना वो पिछे चला गया। पूरे डिस्टेंस नूं आपां एंपलीट्यूड नहीं कहना, जिथे उहदा मध बिंदु सीगा उत्तों दी वो कितना अगे या कितना पिछे चला गया उसनूं असीं आयाम कहने। तां नोट जिस कंपन का आयाम जिन्ना ज़्यादा होगा उस धुनी की प्रबलता भी ज़्यादा होंदी जाऊगी। तो इसका जो सही आंसर बच्चों आना वो एंपलीट्यूड आना है, कम आयाम आना हैगा। इत्थे बच्चों तुसी एक क्रिया पहला भी देख चुके हैं, फिर देख लो। ये जिहड़ा पियानो वाला बंदा है वो बड़े प्यार नाल पहला स्ट्रिंग्स नूं सॉफ्टली जिहड़ा है टच करदा पिया। तो उसकी आवाज़ तुसीं देख लो घट आ। हुण उसने कस के जिहड़ा आ मारना शुरू किया। जदों कस के मारूगा तो मतलब एंपलीट्यूड वध गया। एंपलीट्यूड वधन दे नाल लाउडनेस भी वध गई। जदों आराम नाल मारदा पिया सी, सॉफ्टली टच करदा पिया सीगा तो एंपलीट्यूड घट सी, मतलब लाउडनेस भी घट सी। मैनूं उम्मीद आ बच्चों तुहानूं ये भी क्वेश्चन ब्लैंक समझ लग गई होगी। नैक्सट टाइम टेकन बाय एन ऑब्जेक्ट टू कंप्लीट वन ऑसिलेशन इज कॉल्ड। किसी वस्तु द्वारा एक डोलन पूरा करन दे लई लए गए समय नूं असीं की कहने हैं। तो एक कंपन नूं होण लई जिन्ना समा लगदा है उसनूं असीं आवर्तकाल कहने हैं, टाइम पीरियड कहने हैं। तो यदा जिहड़ा सही उत्तर आएगा वो आवर्तकाल आएगा, टाइम पीरियड आएगा। इत्थे तुसीं देख भी सकते हो कि एक सिंपल पेंडुलम नूं टाइम कितना लग रहा। तो इत्थे तुसीं देखोगे तो असीं ए पोजीशन तो किसी पेंडुलम नूं छड्डिया, ए तो वो एक्सट्रीम पोजीशन दूजे तक गया, फिर दोबारा तो जो ए ते आ गया तो उसनूं 5.09 सैकेंड जिहड़े आ वो लगदे पए। तो ये एक कंपन नूं होण दे लई जिन्ना टाइम लगा उसनूं असीं आवर्तकाल कहने। असीं पूरी एक कंपन देखनी ए तो ए तक दी। हुण असीं ओ तो चले आ, ओ तो ए ते पहुंचे आ, ए तो फिर बी तो फिर जिथे ओ ते आके खलो जावे। हुण फिर टाइम उन्ना ही लगा 5.09 सैकेंड। इत्थे जिहड़ी एक कंपन हुई क्योंकि वो ओ तो ए तो बी तो फिर ओ। तो इदा एक कंपन होने के लिए जिन्ना टाइम लगे बच्चों उसनों असीं आवर्तकाल या टाइम पीरियड बोलते हैं। नैक्सट बच्चों असीं अगली
ਉਦਾਹਰਨ ਦੇਖੀਏ ਤਾਂ ਸੌਰੀ ਐਸਆਈ ਯੂਨਿਟ ਆਫ ਟਾਈਮ ਪੀਰੀਅਡ ਉਹ ਤੁਹਾਨੂੰ ਬੱਚਿਓ ਪਤਾ ਹੀ ਹੈ ਕਿ ਉਹ ਸੈਕਿੰਡ ਹੈ, ਕਿਉਂਕਿ ਆਪਾਂ ਜਿਹੜਾ ਟਾਈਮ ਪੀਰੀਅਡ ਆ ਵਰਤਕਾਲ ਨੂੰ ਮਾਪਿਆ ਆਪਾਂ ਸੈਕਿੰਡ ਦੇ ਵਿੱਚ ਹੀ ਹੈ ਕਿ 1 ਸੈਕਿੰਡ ਦੇ ਵਿੱਚ ਨਹੀਂ, ਐਸਆਈ ਯੂਨਿਟ ਆਫ ਟਾਈਮ ਪੀਰੀਅਡ ਇਜ਼ ਸੈਕਿੰਡ, ਭਾਵ ਕਿ ਇੱਕ ਕੰਪਨ ਨੂੰ ਹੋਣ ਲਈ ਕਿੰਨਾ ਸਮਾਂ ਲੱਗਾ। ਇੱਕ ਜਿੱਦਾਂ ਇੱਥੇ ਇੱਕ ਕੰਪਨ ਨੂੰ ਹੋਣ ਦੇ ਲਈ 5.09 ਸੈਕਿੰਡ ਲੱਗੇ। ਨੈਕਸਟ ਬੱਚਿਓ ਅਸੀਂ ਟਰੂ ਫਾਲਸ ਦੇਖ ਲਈਏ ਤਾਂ ਸਾਊਂਡ ਕੈਨ ਨੋਟ ਟਰੈਵਲ ਇਨ ਵੈਕਿਊਮ, ਧੁਨੀ ਖਲਾ ਵਿੱਚ ਸੰਚਾਰਿਤ ਨਹੀਂ ਹੋ ਸਕਦੀ। ਮੈਨੂੰ ਉਮੀਦ ਆ ਬੱਚਿਓ ਤੁਹਾਨੂੰ ਇਹਦਾ ਆਨਸਰ ਆਉਂਦਾ ਹੋਵੇਗਾ। ਪਿੱਛੇ ਵੀ ਅਸੀਂ ਇਹਦੇ ਬਾਰੇ ਗੱਲ ਕਰਕੇ ਹਟੇ ਹਾਂ ਤਾਂ ਇਹ ਬਿਲਕੁਲ ਸਹੀ ਹੈ ਕਿ ਧੁਨੀ 'ਚ, ਕਿਉਂਕਿ ਧੁਨੀ ਨੂੰ ਟਰੈਵਲ ਕਰਨ ਦੇ ਲਈ, ਸੰਚਾਰ ਕਰਨ ਲਈ ਕਿਸੇ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ ਤੇ ਸਾਊਂਡ ਜਿਹੜਾ ਆ ਉਹ ਵੈਕਿਊਮ ਦੇ ਵਿੱਚ ਟਰੈਵਲ ਨਹੀਂ ਕਰ ਸਕਦਾ। ਬਿਲਕੁਲ ਸਹੀ। ਜੇ ਕੰਪਨ ਦਾ ਆਯਾਮ ਵੱਧ ਹੈ ਤਾਂ ਧੁਨੀ ਹੌਲੀ ਹੁੰਦੀ ਹੈ, ਭਾਵ ਇਫ ਦਾ ਐਂਪਲੀਟਿਊਡ ਆਫ ਵਾਈਬ੍ਰੇਸ਼ਨ ਇਜ਼ ਲਾਰਜ, ਐਂਪਲੀਟਿਊਡ ਮਤਲਬ ਜੇਕਰ ਕਣ ਬਹੁਤ ਅੱਗੇ ਪਿੱਛੇ ਜਾ ਰਹੇ ਆ ਤਾਂ ਸਾਊਂਡ ਜਿਹੜੀ ਆ ਉਹ ਘੱਟ ਹੋ ਜਾਣੀ। ਤਾਂ ਬਿਲਕੁਲ ਨਹੀਂ ਬੱਚਿਓ, ਇਹ ਫਾਲਸ ਆ। ਜਿੰਨਾ ਜ਼ਿਆਦਾ ਐਂਪਲੀਟਿਊਡ ਹੋਊਗਾ ਉਨੀ ਸਾਊਂਡ ਜਿਹੜੀ ਆ ਉਹ ਲਾਊਡ ਹੋਊਗੀ। ਜਿੰਨੇ ਜ਼ਿਆਦਾ ਮਤਲਬ ਜਿੰਨੀ ਜ਼ਿਆਦਾ ਕੰਪਨਾਂ ਨੇ ਦੂਰੀ ਤੈਅ ਕੀਤੀ ਉਨਾ ਜ਼ਿਆਦਾ ਸਾਊਂਡ ਜਿਹੜਾ ਆ ਉਹ ਲਾਊਡ ਹੋਏਗਾ। ਫॉर ਹਿਊਮਨ ਈਅਰਸ ਦਾ ਆਡੀਬਲ ਰੇਂਜ ਇਜ਼ 20 ਹਰਟਜ਼ ਟੂ 20,000 ਹਰਟਜ਼, ਮਨੁੱਖੀ ਕੰਨ ਦੇ ਲਈ ਸੁਣਨਯੋਗ ਸੀਮਾ ਜਿਹੜੀ ਹੈਗੀ ਉਹ 20 ਹਰਟਜ਼ ਤੋਂ 20,000 ਹਰਟਜ਼ 'ਚ, ਮਤਲਬ 1 ਸੈਕਿੰਡ ਦੇ ਵਿੱਚ ਅਗਰ 20 ਹਰਟਜ਼ ਤੋਂ ਲੈ ਕੇ 20,000 ਕੰਪਨਾਂ ਹੁੰਦੀਆਂ ਹੋਣ ਤਾਂ ਮਨੁੱਖੀ ਕੰਨ ਜਿਹੜੇ ਆ ਸੁਣ ਸਕਦੇ ਆ। ਬਿਲਕੁਲ ਸਹੀ ਆ ਬੱਚਿਓ, ਇਹਦਾ ਆਨਸਰ ਟਰੂ ਆਏਗਾ। ਨੈਕਸਟ ਜਿਹੜਾ ਸੱਚ ਟਰੂ ਫਾਲਸ ਆ, ਦਾ ਲੋਅਰ ਦਾ ਫ੍ਰੀਕੁਐਂਸੀ ਆਫ ਵਾਈਬ੍ਰੇਸ਼ਨ ਦਾ ਹਾਈਅਰ ਇਜ਼ ਦਾ ਪਿਚ, ਕੰਪਨ ਦੀ ਆਵ੍ਰਿਤੀ ਜਿੰਨੀ ਘੱਟ ਹੋਵੇਗੀ ਪਿਚ ਉਨੀ ਹੀ ਜ਼ਿਆਦਾ ਹੋਵੇਗੀ। ਇਹ ਬੱਚਿਓ ਫਾਲਸ ਆ। ਕੰਪਨ ਦੀ ਆਵ੍ਰਿਤੀ ਜਿੰਨੀ ਜ਼ਿਆਦਾ ਹੋਵੇਗੀ ਪਿਚ ਵੀ ਉਨੀ ਹੀ ਜ਼ਿਆਦਾ ਹੋਏਗੀ। ਇਹ ਸਹੀ ਆਣਾ ਸੀਗਾ ਪਰ ਇਹ ਕਿਉਂਕਿ ਉਹਨੇ ਘੱਟ ਕੀਤਾ ਹੋਇਆ ਤਾਂ ਗਲਤ ਹੋ ਗਿਆ। ਨੈਕਸਟ ਅਨਵਾਂਟਡ ਔਰ ਅਨਪਲੀਜ਼ੈਂਟ ਸਾਊਂਡ ਇਜ਼ ਟਰਮਡ ਐਜ਼ ਮਿਊਜ਼ਿਕ, ਅਣਚਾਹੀ ਜਾਂ ਭੈੜੀ ਲੱਗਣ ਵਾਲੀ ਧੁਨੀ ਸੰਗੀਤ ਕਹਿੰਦੇ ਹਨ। ਬਿਲਕੁਲ ਨਹੀਂ ਬੱਚਿਓ, ਅਣਚਾਹੀ ਜਾਂ ਭੈੜੀ ਲੱਗਣ ਵਾਲੀ ਧੁਨੀ ਨੂੰ ਅਸੀਂ ਸ਼ੋਰ ਕਹਿੰਦੇ ਆ, ਨਾ ਕਿ ਸੰਗੀਤ। ਮਨ ਨੂੰ ਪ੍ਰਸੰਨ ਕਰਨ ਵਾਲੀ ਜਿਹੜੀ ਧੁਨੀ ਆ ਉਹਨੂੰ ਅਸੀਂ ਸੰਗੀਤ ਕਵਾਂਗੇ, ਤਾਂ ਇਹਦਾ ਫਾਲਸ ਹੋ ਗਿਆ। ਨੈਕਸਟ ਨੋਇਸ ਪੋਲਿਊਸ਼ਨ ਮੇ ਕੋਜ਼ ਪਾਰਸ਼ੀਅਲ ਹੀਅਰਿੰਗ ਇੰਪੇਅਰਮੈਂਟ, ਸ਼ੋਰ ਪ੍ਰਦੂਸ਼ਣ ਅਧੂਰਾ ਬੋਲਾਪਨ ਪੈਦਾ ਕਰ ਸਕਦਾ ਹੈ। ਬਿਲਕੁਲ ਠੀਕ ਬੱਚਿਓ, ਜੇਕਰ ਅਸੀਂ ਨੋਇਸ ਪੋਲਿਊਸ਼ਨ ਦੇ ਵਿੱਚ ਰਹਿ ਰਹੇ ਹਾਂ ਤਾਂ ਸਾਨੂੰ ਸੁਣਨ ਦੀ ਮਤਲਬ ਬੋਲੇਪਨ ਹੋਣ ਦਾ ਖਤਰਾ ਹੈਗਾ ਆ ਉੱਥੇ। ਨੈਕਸਟ ਟਰੂ ਫਾਲਸ ਲਾਸਟ ਜਿਹੜਾ ਸਾਡੇ ਕੋਲ ਬਚਦਾ, ਤਾਂ ਨੰਬਰ ਆਫ ਆਸੀਲੇਸ਼ਨਸ ਪਰ ਸੈਕਿੰਡ ਆਫ ਏ ਵਾਈਬ੍ਰੇਟਿੰਗ ਆਬਜੈਕਟ ਇਜ਼ ਕਾਲਡ ਇਟਸ ਟਾਈਮ ਪੀਰੀਅਡ, ਕਿਸੇ ਕੰਪਿਤ ਵਸਤੂ ਦੀਆਂ ਪ੍ਰਤੀ ਸੈਕਿੰਡ ਹੋਣ ਵਾਲੀਆਂ ਡੋਲਣਾ ਦੀ ਸੰਖਿਆ ਨੂੰ ਅਸੀਂ ਇਸ ਦਾ ਆਵਰਤਕਾਲ ਕਹਿੰਦੇ ਹਾਂ। ਦੁਬਾਰਾ ਤੋਂ, ਕਿਸੇ ਕੰਪਿਤ ਵਸਤੂ ਦੀਆਂ ਪ੍ਰਤੀ ਸੈਕਿੰਡ ਹੋਣ ਵਾਲੀਆਂ ਮਤਲਬ 1 ਸੈਕਿੰਡ ਦੇ ਵਿੱਚ ਕਿੰਨੀ ਵਾਰੀ ਉਹ ਵਸਤੂ ਜਿਹੜੀ ਆ ਉਹ ਕੰਪਿਤ ਹੋ ਗਈ। ਨਹੀਂ ਬੱਚਿਓ, ਇਸ ਨੂੰ ਅਸੀਂ ਆਵਰਤਕਾਲ ਨਹੀਂ ਕਹਿੰਦੇ, ਇਸ ਨੂੰ ਅਸੀਂ ਫ੍ਰੀਕੁਐਂਸੀ ਬੋਲਦੇ ਹਾਂ। 1 ਸੈਕਿੰਡ ਵਿੱਚ ਕਿੰਨੀਆਂ ਕੰਪਨਾਂ ਹੋ ਜਾਣ ਉਹ ਫ੍ਰੀਕੁਐਂਸੀ ਆ। ਇੱਕ ਕੰਪਨ ਨੂੰ ਹੋਣ ਦੇ ਲਈ ਕਿੰਨਾ ਸਮਾਂ ਲੱਗਾ ਉਸ ਨੂੰ ਅਸੀਂ ਟਾਈਮ ਪੀਰੀਅਡ ਬੱਚਿਓ ਬੋਲਦੇ ਹਾਂ, ਆਵਰਤਕਾਲ ਬੋਲਦੇ ਹਾਂ। ਤਾਂ ਇਹ ਗਲਤ ਹੋ ਗਿਆ। ਇਹ ਜਿਹੜੀ ਡੈਫੀਨੇਸ਼ਨ ਦਿੱਤੀ ਹੋਈ ਉਹ ਐਕਚੁਅਲੀ ਫ੍ਰੀਕੁਐਂਸੀ ਦੀ ਸਾਨੂੰ ਡੈਫੀਨੇਸ਼ਨ ਦਿੱਤੀ ਹੋਈ ਆ, ਆਵਰਤੀ ਦੀ ਡੈਫੀਨੇਸ਼ਨ ਦਿੱਤੀ ਹੋਈ ਹੈ। ਨੈਕਸਟ ਬੱਚਿਓ ਇੱਕ ਪ੍ਰਸ਼ਨ ਹੈਗਾ ਸਾਡੇ ਕੋਲ, ਦਾ ਸਾਊਂਡ ਫਰੋਮ ਅ ਮੋਸਕੀਟੋ ਇਜ਼ ਪ੍ਰੋਡਿਊਸਡ ਵੈਨ ਇਟ ਵਾਈਬ੍ਰੇਟਸ ਇਟਸ ਵਿੰਗ ਐਟ ਏ ਐਵਰੇਜ ਰੇਟ ਆਫ 500 ਵਾਈਬ੍ਰੇਸ਼ਨ ਪਰ ਸੈਕਿੰਡ, ਵਟ ਇਜ਼ ਦਾ ਟਾਈਮ ਪੀਰੀਅਡ ਆਫ ਦਾ ਵਾਈਬ੍ਰੇਸ਼ਨ। ਹੁਣ ਮੋਸਕੀਟੋ ਮਤਲਬ ਇੱਕ ਮੱਛਰ ਜਿਹੜਾ ਵਾ ਆਪਣੇ ਪੰਖ ਫੜਫੜਾ ਰਿਹਾ ਵਾ 1 ਸੈਕਿੰਡ ਵਿੱਚ 500 ਵਾਰੀ। ਇਹਦਾ ਮਤਲਬ ਕੀ ਹੈ ਕਿ 1 ਸੈਕਿੰਡ ਦੇ ਵਿੱਚ ਉਹਦੇ ਪੰਖ ਅੱਗੇ ਪਿੱਛੇ ਕਿੰਨੀ ਵਾਰੀ ਹੋ ਰਿਹਾ ਬੱਚਿਓ? 500 ਵਾਰੀ। ਮਤਲਬ ਉਹਦੀ ਆਵ੍ਰਿਤੀ ਕਿੰਨੀ ਆ? 500 ਹਰਟਜ਼। ਬਿਲਕੁਲ ਬੱਚਿਓ, ਕਿਉਂਕਿ 1 ਸੈਕਿੰਡ ਦੇ ਵਿੱਚ ਜਿੰਨੀਆਂ ਕੰਪਨਾਂ ਹੋਣ ਉਸ ਨੂੰ ਅਸੀਂ ਆਵ੍ਰਿਤੀ ਬੋਲਦੇ ਹਾਂ, ਤਾਂ ਇਹਦੀ ਜਿਹੜੀ ਆਵ੍ਰਿਤੀ ਆ ਉਹ 500 ਹਰਟਜ਼ ਹੈਗੀ। ਵਟ ਇਜ਼ ਦਾ ਟਾਈਮ ਪੀਰੀਅਡ ਆਫ ਦਾ ਵਾਈਬ੍ਰੇਸ਼ਨ। ਹੁਣ ਉਹ ਕਹਿੰਦਾ ਪਿਆ ਆਵਰਤਕਾਲ ਮਤਲਬ ਟਾਈਮ ਪੀਰੀਅਡ ਦੱਸੋ, ਮਤਲਬ ਇੱਕ ਕੰਪਨ ਨੂੰ ਹੋਣ ਦੇ ਲਈ ਲੱਗਾ ਸਮਾਂ ਆਪਾਂ ਲੱਭਣਾ। ਹੁਣ ਬੱਚਿਓ ਇਸ ਨੂੰ ਕਰਨਾ 2 ਤਰੀਕੇ ਆ ਇਹਨੂੰ ਕਰਨ ਦੇ, ਮੈਂ ਦੋਨੋਂ ਤਰੀਕੇ ਤੁਹਾਨੂੰ ਐਕਸਪਲੇਨ ਕਰਨ ਲੱਗਾ। ਹੁਣ ਧਿਆਨ ਨਾਲ ਬੱਚਿਓ ਦੇਖਣਾ। ਹੁਣ ਸਾਨੂੰ ਪਤਾ ਕਿ ਇੱਕ ਕੰਪਨ ਨੂੰ ਹੋਣ ਦੇ ਲਈ ਜਿੰਨਾ ਸਮਾਂ ਲੱਗਦਾ ਉਸ ਨੂੰ ਅਸੀਂ ਆਵਰਤਕਾਲ ਕਹਿੰਦੇ। ਮਤਲਬ ਮੈਂ ਲੱਭਣਾ, ਕਿਉਂਕਿ ਹੁਣ 500 ਵਾਈਬ੍ਰੇਸ਼ਨ 1 ਸੈਕਿੰਡ 'ਚ ਹੁੰਦੀ ਆ, ਮੈਂ ਲੱਭਣਾ ਇੱਕ ਵਾਈਬ੍ਰੇਸ਼ਨ ਕਿੰਨੇ ਸੈਕਿੰਡ 'ਚ ਹੁੰਦੀ, ਤਾਂ ਹੀ ਮੇਰੇ ਕੋਲ ਆਵਰਤਕਾਲ ਆਏਗਾ। ਤਾਂ ਟਾਈਮ ਟੇਕਨ ਬਾਈ 1 ਓਸੀਲੇਸ਼ਨ ਇਜ਼ ਕਾਲਡ ਟਾਈਮ ਪੀਰੀਅਡ। ਇੱਥੇ 500 ਓਸੀਲੇਸ਼ਨਸ ਬਰਾਬਰ 1 ਸੈਕਿੰਡ, ਮਤਲਬ 500 ਓਸੀਲੇਸ਼ਨ ਨੂੰ ਕਿੰਨਾ ਟਾਈਮ ਲੱਗਾ? 1 ਸੈਕਿੰਡ। ਅਸੀਂ ਮੰਨ ਲਿਆ ਆਪਣੇ ਵੱਲੋਂ, ਲੈਟ ਕਰ ਲਿਆ, ਮੰਨ ਲਓ ਕਿ ਇੱਕ ਓਸੀਲੇਸ਼ਨ ਜਿਹੜੀ ਆ ਉਹ t ਸੈਕਿੰਡ ਲੈ ਰਹੀ ਹੈ। ਹੁਣ t ਆਪਾਂ ਲੱਭਣਾ ਆ, ਮਤਲਬ ਟਾਈਮ ਪੀਰੀਅਡ ਆਪਾਂ ਲੱਭਣਾ, ਤਾਂ ਹੀ ਆਪਾਂ ਨੂੰ ਆਊਗਾ ਨਾ, ਕਿਉਂਕਿ ਆਪਾਂ ਇੱਕ ਵਾਈਬ੍ਰੇਸ਼ਨ ਨੂੰ ਜਿੰਨਾ ਸਮਾਂ ਲੱਗਾ ਉਹਨੂੰ ਅਸੀਂ ਟਾਈਮ ਪੀਰੀਅਡ ਕਹਿੰਦੇ, ਤਾਂ ਉਹਨੂੰ ਮੈਂ t ਸੈਕਿੰਡ ਮੰਨ ਲਿਆ। ਇਸ ਤਰੀਕੇ ਨਾਲ ਅਸੀਂ
तिरछी गुणा करा देवांगे, क्रॉस मल्टीप्लाई करा देवांगे। 1 ਨੂੰ 1 ਦੇ ਨਾਲ, 500 ਨੂੰ t ਦੇ ਨਾਲ, ਤਾਂ 500 ਗੁਣਾ t ਬਰਾਬਰ ਹੈ 1 ਗੁਣਾ 1, ਤਾਂ 500 t ਬਰਾਬਰ ਹੈ 1, ਤੇ t ਦੀ ਵੈਲਿਊ ਬੱਚਿਓ ਸਾਡੇ ਕੋਲ ਆ ਗਈ, ਟਾਈਮ ਪੀਰੀਅਡ ਦੀ ਆ ਗਈ 1/500 ਸੈਕਿੰਡ, ਤਾਂ ਇੰਨਾ ਟਾਈਮ ਲੱਗੇਗਾ। ਹੁਣ ਬੱਚਿਓ ਤੁਹਾਨੂੰ ਪਤਾ ਕਿ ਟਾਈਮ ਪੀਰੀਅਡ ਜਿਹੜਾ ਹੁੰਦਾ ਆ ਉਹ 1 ਫ੍ਰੀਕੁਐਂਸੀ ਆ ਆਵ੍ਰਿਤੀ ਦੇ ਬਰਾਬਰ ਵੀ ਹੁੰਦਾ। ਹੁਣ ਫ੍ਰੀਕੁਐਂਸੀ ਸਾਡੇ ਕੋਲ ਸੀਗੀ, ਤੁਹਾਨੂੰ ਦੱਸਿਆ ਕਿ 1 ਸੈਕਿੰਡ ਦੇ ਵਿੱਚ ਕਿੰਨੀਆਂ ਕੰਪਨਾਂ ਹੋ ਜਾਣਾ, ਹੁੰਦੀਆਂ ਪਈਆਂ 500, ਤਾਂ ਟਾਈਮ ਪੀਰੀਅਡ ਸਿੱਧਾ ਸਾਡੇ ਕੋਲ ਇੱਥੇ ਆ ਸਕਦਾ ਸੀਗਾ ਕਿ ਟਾਈਮ ਪੀਰੀਅਡ ਬਰਾਬਰ ਹੈ 1/500 ਸੈਕਿੰਡ। ਅਸੀਂ ਸਿੱਧੀ ਆਵ੍ਰਿਤੀ ਦੀ ਵੈਲਿਊ ਭਰ ਦੇਣੀ ਸੀ। ਤਾਂ ਇਹ ਦੋ ਤਰੀਕੇ ਆ, ਦੋਵਾਂ ਵਿੱਚੋਂ ਜਿਹੜਾ ਮਰਜ਼ੀ ਤਰੀਕਾ ਤੁਸੀਂ ਅਪਣਾ ਕੇ ਆਪਣਾ ਆਨਸਰ ਕੱਢ ਸਕਦੇ ਹੋ। ਨੈਕਸਟ ਬੱਚਿਓ ਅਸੀਂ ਅਗਰ ਦੇਖੀਏ ਕਿ ਆਇਡੈਂਟੀਫਾਈ ਦਾ ਪਾਰਟ ਵਿਚ ਵਾਈਬ੍ਰੇਟਸ ਟੂ ਪ੍ਰੋਡਿਊਸ ਸਾਊਂਡ ਇਨ ਦਾ ਫੋਲੋਇੰਗ ਇੰਸਟਰੂਮੈਂਟਸ। ਅਸੀਂ ਇਹਨਾਂ ਇੰਸਟਰੂਮੈਂਟਸ ਦੇ ਵਿੱਚੋਂ ਆਪਾਂ ਇਹ ਲੱਭਣਾ ਵਾ ਕਿ ਕਿਹੜੀ ਚੀਜ਼ ਜਿਹੜੀ ਆ ਉਹ ਵਾਈਬ੍ਰੇਟ ਕਰਦੀ। ਤਾਂ ਬੱਚਿਓ ਤੁਹਾਨੂੰ ਪਤਾ ਹੀ ਹੈ ਕਿ ਢੋਲਕ ਦੇ ਵਿੱਚ ਸਭ ਤੋਂ ਪਹਿਲਾਂ ਅਗਰ ਸਿਤਾਰ ਦੀ ਗੱਲ ਕਰੀਏ ਤਾਂ ਇਹਦੀਆਂ ਜਿਹੜੀਆਂ ਸਟ੍ਰਿੰਗਸ ਆ ਉਹ ਵਾਈਬ੍ਰੇਟ ਕਰਦੀਆਂ। ਢੋਲਕ ਦੇ ਵਿੱਚ ਤੁਹਾਨੂੰ ਪਤਾ ਉਹਦੀ ਮੈਂਬਰੇਨ ਵਾਈਬ੍ਰੇਟ ਕਰਦੀ ਹੈ, ਤੇ ਫਲੂਟ ਦੇ ਵਿੱਚ ਤੁਹਾਨੂੰ ਪਤਾ ਕਿ 에ਅਰ ਕਾਲਮ ਵਾਈਬ੍ਰੇਟ ਕਰਦੇ। ਤਾਂ ਇਹ ਚੀਜ਼ਾਂ ਸੀਗੀਆਂ ਬੇਟਾ ਜਿਹੜੀਆਂ ਤੁਸੀਂ ਯਾਦ ਰੱਖਣੀਆਂ ਹੈਗੀਆਂ। ਤਾਂ ਢੋਲਕ ਸਟ੍ਰੈਚਡ ਮੈਂਬਰੇਨ, ਸਿਤਾਰ ਵਾਈਬ੍ਰੇਟਿੰਗ ਸਟ੍ਰਿੰਗ, ਫਲੂਟ 에ਅਰ ਕਾਲਮ। ਤਾਂ ਇਹ ਤੁਸੀਂ ਯਾਦ ਰੱਖ ਲੈਣਾ। ਇਹ ਜਿਹੜੇ ਪਾਰਟਸ ਹੈਗੇ ਆ ਉਹ ਮਦਦ ਕਰਦੇ ਆ ਸਾਊਂਡ ਨੂੰ ਪੈਦਾ ਹੋਣ ਦੇ ਲਈ। ਪਰ ਜਿਹੜੀ ਆਵਾਜ਼ ਸਾਨੂੰ ਸੁਣਾਈ ਦਿੰਦੀ ਉਹ ਪੂਰੇ ਇੰਸਟਰੂਮੈਂਟ ਦੀ ਹੁੰਦੀ ਹੈ, ਇਕੱਲੇ ਇਹਨਾਂ ਆਹ ਚੀਜ਼ਾਂ ਦੇ ਵਾਈਬ੍ਰੇਟਿੰਗ ਦੀ ਨਹੀਂ ਹੁੰਦੀ, ਉਹ ਪੂਰੇ ਇੰਸਟਰੂਮੈਂਟ ਦੀ ਹੁੰਦੀ ਹੈ। ਤਬਲੇ ਦੇ ਅੰਦਰ ਜਿਹੜੀ ਹਵਾ ਵਾ ਉਹ ਜਦੋਂ ਮਿਕਸ ਮਤਲਬ ਉਹਦੀ ਆਵਾਜ਼ ਤੇ ਪਲੱਸ ਮੈਂਬਰੇਨ ਦੀ ਜਿਹੜੀ ਵਾਈਬ੍ਰੇਸ਼ਨ ਦੀ ਆਵਾਜ਼ ਉਹ ਇਕੱਠੀ ਹੋ ਕੇ ਸਾਡੇ ਕੰਨਾਂ ਤੱਕ ਪਹੁੰਚਦੀ। ਨੈਕਸਟ ਬੱਚਿਓ ਅਸੀਂ ਅਗਲਾ ਪ੍ਰਸ਼ਨ ਦੇਖੀਏ। ਵਰਣਨ ਕਰੋ ਕਿ ਸ਼ੋਰ ਪ੍ਰਦੂਸ਼ਣ ਮਨੁੱਖ ਲਈ ਕਿਸ ਤਰ੍ਹਾਂ ਹਾਨੀਕਾਰਕ ਹੈ। ਐਕਸਪਲੇਨ ਇਨ ਵਟ ਵੇ ਨੋਇਸ ਪੋਲਿਊਸ਼ਨ ਇਜ਼ ਹਾਰਮਫੁਲ ਟੂ ਹਿਊਮਨਸ। ਤਾਂ ਬੱਚਿਓ ਨੋਇਸ ਪੋਲਿਊਸ਼ਨ ਦੇ ਨਾਲ ਜਾਂ ਫਿਰ ਸ਼ੋਰ ਪ੍ਰਦੂਸ਼ਣ ਦੇ ਨਾਲ ਸਾਨੂੰ ਨੀਂਦ ਨਾ ਆਉਣਾ, ਤਣਾਅ, ਉੱਚਾ ਬਲੱਡ ਪ੍ਰੈਸ਼ਰ, ਚਿੰਤਾ ਅਤੇ ਹੋਰ ਕਈ ਸਿਹਤ ਸੰਬੰਧੀ ਸਮੱਸਿਆਵਾਂ ਸ਼ੋਰ ਪ੍ਰਦੂਸ਼ਣ ਤੋਂ ਪੈਦਾ ਹੋ ਸਕਦੀਆਂ ਹਨ। ਲਗਾਤਾਰ ਪ੍ਰਬਲ ਧੁਨੀ ਲਾਊਡ ਸਾਊਂਡ, ਪ੍ਰਬਲ ਮਤਲਬ ਲਾਊਡ ਸਾਊਂਡ ਦੇ ਪ੍ਰਭਾਵ ਵਿੱਚ ਰਹਿਣ ਵਾਲੇ ਵਿਅਕਤੀ ਦੀ ਸੁਣਨ ਦੀ ਸਮਰੱਥਾ ਅਸਥਾਈ ਜਾਂ ਸਥਾਈ ਰੂਪ ਵਿੱਚ ਘਟ ਜਾਂਦੀ ਹੈ। ਮਤਲਬ ਅਧੂਰਾ ਬੋਲਾਪਨ ਜਾਂ ਪੂਰਾ ਬੋਲਾਪਨ ਉਸਨੂੰ ਹੋ ਸਕਦਾ ਹੈ, ਸੁਣਨ ਦੀ ਸਮਰੱਥਾ ਉਹਦੀ ਜਿਹੜੀ ਆ ਉਹ ਘਟ ਜਾਏਗੀ। ਜਿਹੜੇ ਬੰਦੇ ਇੰਡਸਟਰੀਜ਼ ਵਗੈਰਾ ਜਾਂ ਜਿੱਥੇ ਸ਼ੋਰ ਬਹੁਤ ਆ ਮਸ਼ੀਨਾਂ ਦਾ, ਟ੍ਰੈਫਿਕ ਵਗੈਰਾ 'ਚ ਰਹਿੰਦੇ ਆ, ਉਹਨਾਂ ਦੀ ਜਿਹੜੀ ਸੁਣਨ ਦੀ ਕੈਪੈਸਿਟੀ ਆ, ਸਮਰੱਥਾ ਆ, ਉਹ ਘਟ ਸਕਦੀ ਆ। ਸੋ ਲੈਕ ਆਫ ਸਲੀਪ, hypertension, high blood pressure, anxiety मतलब चिंता and many more health disorders may be caused by noise pollution. A person who is exposed to loud sound continuously may get temporarily or even permanent impairment of hearing. मतलब वो ਸਥਾਈ ਜਾਂ ਅਸਥਾਈ ਰੂਪ ਦੇ ਵਿੱਚ ਆਪਣੀ ਜਿਹੜੀ ਸੁਣਨ ਦੀ ਸਮਰੱਥਾ ਆ ਉਸ ਨੂੰ ਖੋ ਸਕਦਾ। ਤਾਂ ਬੱਚਿਓ ਨੋਇਸ ਪੋਲਿਊਸ਼ਨ ਨੂੰ ਘੱਟ ਕਰਨ ਦੇ ਲਈ ਅਸੀਂ ਇਹ ਕਰ ਸਕਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਪੇੜ ਲਗਾਈਏ, ਕਿਉਂਕਿ ਪੇੜ ਐਕਟ ਕਰਦੇ ਆ ਐਜ਼ ਅ ਗ੍ਰੀਨ ਮਫਲਰ, ਠੀਕ ਹੈ ਨਾ, ਉਹ ਧੁਨੀ ਨੂੰ ਇੱਕ ਟਾਈਪ ਦੇ ਨਾਲ ਸੋਖ ਲੈਂਦੇ। ਨੈਕਸਟ ਕੁਐਸਚਨ ਬੱਚਿਓ ਅਸੀਂ ਅਗਰ ਦੇਖੀਏ ਤਾਂ ਲਾਈਟਨਿੰਗ ਐਂਡ ਥੰਡਰ ਟੇਕ ਪਲੇਸ ਇਨ ਦਾ ਸਕਾਈ ਐਟ ਦਾ ਸੇਮ ਟਾਈਮ ਐਂਡ ਐਟ ਦਾ ਸੇਮ ਡਿਸਟੈਂਸ ਫਰੋਮ ਅਸ। ਲਾਈਟਨਿੰਗ ਇਜ਼ ਸੀਨ अर्ਲੀ ਐਂਡ ਥੰਡਰ ਇਜ਼ ਹਰਡ ਲੇਟਰ। ਕੈਨ ਯੂ ਐਕਸਪਲੇਨ ਵਾਈ? ਉਹ ਕਹਿੰਦਾ ਪਿਆ ਬੱਚਿਓ ਕਿ ਜਦੋਂ ਬਿਜਲੀ ਚਮਕਦੀ ਹੈ ਸਾਨੂੰ ਬਿਜਲੀ ਪਹਿਲਾਂ ਦਿਖਾਈ ਦਿੰਦੀ ਆ, ਫਿਰ ਬਾਅਦ ਵਿੱਚੋਂ ਸੁਣਾਈ ਦਿੰਦੀ ਹੈ। ਅਜਿਹਾ ਕਿਉਂ ਬੱਚਿਓ? ਇਹ ਅਜਿਹਾ ਇਸ ਲਈ ਕਿਉਂਕਿ ਜਿਹੜੀ ਸਪੀਡ ਆਫ ਲਾਈਟ ਆ, ਜਿਹੜੀ ਰੋਸ਼ਨੀ ਦੀ ਤੁਸੀਂ ਕਹਿ ਲਓ ਕਿ ਜਿਹੜੀ ਰਫ਼ਤਾਰ ਆ ਉਹ ਬਹੁਤ ਜ਼ਿਆਦਾ ਆ। ਤੁਸੀਂ ਦੇਖੋਗੇ ਤਾਂ 30 ਕਰੋੜ ਮੀਟਰ ਪਰ ਸੈਕਿੰਡ ਆ, ਜਦ ਕਿ ਸਪੀਡ ਆਫ ਸਾਊਂਡ ਜਿਹੜੀ ਆ ਹਵਾ ਦੇ ਵਿੱਚ ਉਹ ਲਗਭਗ 340 ਤੋਂ 345 ਮੀਟਰ ਪਰ ਸੈਕਿੰਡ ਦੇ ਵਿੱਚ। ਇੱਥੇ ਮੈਂ ਐਵਰੇਜ 342 ਮੀਟਰ ਪਰ ਸੈਕਿੰਡ ਲਿਖਿਆ ਹੋਇਆ, ਤਾਂ ਉਹ ਇੰਨੀ ਕੁ ਹੁੰਦੀ ਹੈ, ਜਿਹਦੇ ਕਰਕੇ ਲਾਈਟ ਦੀ ਕਿਉਂਕਿ ਸਪੀਡ ਬਹੁਤ ਜ਼ਿਆਦਾ, ਤਾਂ ਸਾਡੀਆਂ ਅੱਖਾਂ ਤੱਕ ਪਹਿਲਾਂ ਲਾਈਟ ਪਹੁੰਚਦੀ ਹੈ, ਫਿਰ ਬਾਅਦ ਵਿੱਚੋਂ ਜਾ ਕੇ ਕਿਤੇ ਸਪੀਡ ਆਫ ਸਾਊਂਡ ਸਾਡੇ ਕੰਨਾਂ ਤੱਕ ਪਹੁੰਚਦੀ। ਮਤਲਬ ਸਾਊਂਡ ਦੀ ਜਿਹੜੀ ਰਫ਼ਤਾਰ ਆ ਉਹ ਘੱਟ ਆ ਤੇ ਲਾਈਟ ਦੀ ਜਿਹੜੀ ਰਫ਼ਤਾਰ ਆ ਉਹ ਜ਼ਿਆਦਾ ਹੈ। ਇਸ ਕਰਕੇ ਸਾਨੂੰ ਪਹਿਲਾਂ ਬਿਜਲੀ ਚਮਕਦੀ ਹੋਈ ਨਜ਼ਰ ਆਉਂਦੀ ਹੈ, ਫਿਰ ਸਾਨੂੰ ਉਹਦੀ ਗੜਗੜਾਹਟ ਜਿਹੜੀ ਹੈ ਬਿਜਲੀ ਦੀ ਉਹ ਬਾਅਦ ਵਿੱਚੋਂ ਸੁਣਾਈ ਦਿੰਦੀ ਹੈਗੀ। ਲਾਸਟ ਬੱਚਿਓ ਕੁਐਸਚਨ ਆਪਣੇ ਹੋਏਗਾ ਕਿ ਅਲਟਰਾਸਾਊਂਡ ਹੈਜ਼ ਫ੍ਰੀਕੁਐਂਸੀ ਆਫ ਵਾਈਬ੍ਰੇਸ਼ਨ। ਅਲਟਰਾਸਾਊਂਡ ਦੀ ਜਿਹੜੀ ਵਾਈਬ੍ਰੇਸ਼ਨ ਆ ਕਿੱਥੋਂ ਦੀ ਲੈ ਕੇ ਕਿੱਥੇ ਤੱਕ ਆ। ਹੁਣ ਬੱਚਿਓ ਤੁਹਾਨੂੰ ਇੱਕ ਗੱਲ ਇਹ ਵੀ ਪਤਾ ਹੋਣੀ ਚਾਹੀਦੀ ਕਿ ਜਿਹੜਾ ਮਨੁੱਖੀ ਕੰਨ ਆ ਉਹ 20 ਕੰਪਨ ਤੋਂ ਲੈ ਕੇ 20,000 ਕੰਪਨ ਹੀ ਸੁਣ ਸਕਦਾ। ਇਸ ਲਈ ਮਨੁੱਖੀ ਕੰਨ ਦੀ ਸੁਣਨਯੋਗ ਆਵ੍ਰਿਤੀ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਹੈ। 20 ਤੋਂ ਥੱਲੇ ਵਾਲੇ ਨੂੰ ਅਸੀਂ ਇਨਫਰਾਸੋਨਿਕ ਕਹਿੰਦੇ ਆ, 20,000 ਤੋਂ ਉੱਪਰ ਵਾਲੇ ਸਾਊਂਡ ਨੂੰ ਅਸੀਂ ਅਲਟਰਾਸੋਨਿਕ ਕਹਿੰਦੇ ਆ। ਤਾਂ ਸਾਊਂਡ ਹੈਵਿੰਗ ਫ੍ਰੀਕੁਐਂਸੀ ਲੋਅਰ ਦੈਨ 20 ਹਰਟਜ਼ ਆਰ ਕਾਲਡ ਇਨਫਰਾਸੋਨਿਕ ਸਾਊਂਡ, ਵੇਅਰ ਐਜ਼ ਸਾਊਂਡ ਹੈਵਿੰਗ ਫ੍ਰੀਕੁਐਂਸੀ ਮੋਰ ਦੈਨ 20 ਹਰਟਜ਼
20,000 hertz are called ultrasonic sound. So the correct option is C. Ultrasonics ਦੀ ਜਿਹੜੀ frequency ਆ आवृत्ति ਆ ਉਹ above 20,000 hertz ਤੋਂ ਹੁੰਦੀ ਹੈ। ਲਾਸਟ ਕੁਐਸਚਨ ਕਿ the loudness of sound is determined by, ਹੁਣ ਇਹ ਬੱਚਿਓ ਪਹਿਲਾਂ ਵੀ ਤੁਸੀਂ ਪਿੱਛੇ ਪੜ੍ਹ ਚੁੱਕੇ ਆ ਕਿ ਜਿਹੜਾ ਲਾਊਡਨੈਸ ਆ ਉਹ ਧੁਨੀ ਜਿਸ ਕੰਪਨ ਦਾ ਆਯਾਮ ਜਾਂ ਐਂਪਲੀਟਿਊਡ ਜਿੰਨਾ ਜ਼ਿਆਦਾ ਹੋਵੇਗਾ ਉਸ ਧੁਨੀ ਦੀ ਪ੍ਰਬਲਤਾ ਵੀ ਜਿਹੜੀ ਆ ਉਹ ਜ਼ਿਆਦਾ ਹੋਏਗੀ। ਇਹ ਪਹਿਲਾਂ ਵੀ ਆਪਾਂ ਪੜ੍ਹ ਚੁੱਕੇ ਆ, ਦੇਖ ਵੀ ਚੁੱਕੇ ਆ। ਕਿਰਿਆ ਕਿਸੇ ਕੰਨ ਦੀ ਆਪਣੀ ਆਰਾਮ ਅਵਸਥਾ ਤੋਂ ਵੱਧ ਤੈਅ ਕੀਤੀ ਗਈ ਦੂਰੀ ਨੂੰ ਆਯਾਮ ਕਹਿੰਦੇ ਹਨ। ਤਾਂ ਇਸ ਦਾ ਜਿਹੜਾ ਕਰੈਕਟ ਆਨਸਰ ਆਏਗਾ ਉਹ ਆਏਗਾ ਬੱਚਿਓ A। ਮੈਨੂੰ ਉਮੀਦ ਆ ਬੱਚਿਓ ਤੁਹਾਨੂੰ ਇਹ ਸਾਰਾ ਚੈਪਟਰ ਸਮਝ ਲੱਗ ਗਿਆ ਹੋਵੇਗਾ। ਸਟੇ ਹੋਮ, ਸਟੇ ਸੇਫ। ਇੰਜ ਹੀ ਤੁਸੀਂ ਨਵੇਂ ਤਰੀਕੇ ਲਰਨਿੰਗ ਦੇ ਸਿੱਖਦੇ ਰਹੋ। ਥੈਂਕ ਯੂ ਬੱਚਿਓ, ਟੇਕ ਕੇਅਰ।